ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਸਤਿਗੁਰਾਂ ਨੇ ਮਿਹਰਾਂ ਕੀਤੀਆਂ ਨੇ। ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਨਿਤਨੇਮ ਕਰਮ ਅਨੁਸਾਰ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹਾਂ। ਤਾਂਤੇ ਜਬ ਹਮ ਆਏ ਜਗਤ ਮੈਂ ਜਗ ਹੱਸੇ ਹਮ ਰੋਏ, ਐਸੀ ਕਰਨੀ ਕਰ ਚਲੋ ਹਮ ਹੱਸੈ ਜਗ ਰੋਏ। ਕਬੀਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਕਿ ਜਦੋਂ ਇਹ ਸਰੀਰ ਜਗਤ ਦੇ ਵਿੱਚ ਆਇਆ ਸੀ, ਉਸ ਵਕਤ ਸੰਸਾਰ ਬੜਾ ਹੱਸਿਆ ਸੀ, ਬੜੇ ਖੁਸ਼ ਹੋਏ ਸਨ। ਪਰ ਉਸ ਵਕਤ ਮੇਰੀ ਸਭ ਤੋਂ ਪਹਿਲੀ ਆਵਾਜ਼ ਸੀ ਰੋਣ ਦੀ। ਜਗ ਹੱਸ ਰਿਹਾ ਹੈ, ਮੈਂ ਰੋ ਰਿਹਾ ਹਾਂ। ਪਰ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਕੋਈ ਐਸਾ ਕਦਮ ਪੁੱਟ, ਆਪਣੀ ਜ਼ਿੰਦਗੀ ਐਸੀ ਬਣਾ, ਹਮ ਹੱਸੈ ਜਗ ਰੋਏ। ਜਦੋਂ ਸੰਸਾਰ ਦੇ ਵਿੱਚੋਂ ਜਾਵੇਂ, ਤੂੰ ਤੇ ਹਮੇਸ਼ਾ ਵਾਸਤੇ ਹੱਸਦਾ ਜਾਵੇਂ ਤੇ ਤੇਰੇ ਤੇ ਹੱਸਣ ਵਾਲੇ ਸਾਰੇ ਦੇ ਸਾਰੇ ਰੋਂਦੇ ਰਹਿਣ। ਐਸਾ ਤੇ ਉਲਟੀ ਬਾਜੀ ਪਾਉਣੀ ਬੜੀ ਔਖੀ ਹੈ। ਆਉਂਦੇ ਰੋਏ ਸੀ, ਜਾਂਦਿਆਂ ਨੇ ਹੱਸਦੇ ਜਾਣਾ। ਕੋਈ ਬਖਸ਼ੀਆਂ ਹੋਈਆਂ ਰੂਹਾਂ ਹੀ ਸੰਸਾਰ ਦੇ ਵਿੱਚ ਹੁੰਦੀਆਂ ਨੇ। ਸੰਸਾਰ ਚੇਤੇ ਕਰ ਕਰ ਰੋਵੇ ਤੇ ਤੂੰ ਹੱਸਦਾ ਹੱਸਦਾ ਆਪਣੇ ਦੇਸ਼ ਨੂੰ ਜਾਵੇਂ। ਪਰ ਮਨੁੱਖ ਸੰਸਾਰ ਨੂੰ ਖੁਸ਼ ਕਰਨ ਤੇ ਲੱਗਿਆ ਹੋਇਆ ਹੈ ਕਿ ਸੰਸਾਰ ਕਿਵੇਂ ਖੁਸ਼ ਹੋਵੇਗਾ। ਔਰ ਇਹ ਸੰਸਾਰ ਦੇ ਵਿੱਚ ਇਸੇ ਵਾਸਤੇ ਹੀ ਬਹੁਤੀ ਸਾਰੀ ਜ਼ਿੰਦਗੀ ਹੈ ਜਿਹੜੀ ਉਹ ਕਮਾਈ ਕਰਨ ਦੇ ਵਿੱਚ ਲਾ ਦਿੰਦਾ ਹੈ। ਸਾਰੀ ਜ਼ਿੰਦਗੀ ਧਨ ਇਕੱਠਾ ਕਰਦਾ ਰਿਹਾ ਹੈ, ਬੜਾ ਕੁਛ ਉੱਦਮ ਉਪਰਾਲੇ ਕੀਤੇ ਨੇ। ਉਹ ਉੱਦਮ ਉਪਰਾਲਿਆਂ ਦਾ ਯਤਨ ਕਰਦਾ ਕਰਦਾ ਇਹ ਮਾਇਆ ਦੇ ਨਾਲ ਹੀ ਜੁੜ ਕੇ ਬੈਠ ਗਿਆ। ਮਾਇਆ ਕਿਸ ਨੂੰ ਕਹਿੰਦੇ ਨੇ? ਜੋ ਦਿਖਾਈ ਦੇਵੇ, ਮਨੁੱਖ ਨੂੰ ਪ੍ਰਭਾਵਿਤ ਕਰੇ, ਹੱਥ ਨਾ ਆਵੇ, ਉਸ ਨੂੰ ਮਾਇਆ ਕਹਿੰਦੇ ਨੇ। ਕਿ ਉਸ ਦੇ ਨਾਲ ਹੀ ਜੁੜ ਕੇ ਬੈਠ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਇੱਕ ਪ੍ਰਮਾਣ ਹੁਕਮ ਬਖਸ਼ਿਸ਼ ਕੀਤਾ ਹੈ। ਕਹਿੰਦੇ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। रखवारे का होए विनाश, आगे नरक इहाँ भोग बिलास। खसम मरै तो नार ना रोवै। नार इत्थे गुरु साहिब जी महाराज जी ने माया नूं कहा।
ਤੇ ਮਾਇਆ ਉਸ ਨੂੰ ਕਹਿੰਦੇ ਨੇ ਜੋ ਦਿਖਾਈ ਦੇਵੇ, ਮਨੁੱਖ ਨੂੰ ਪ੍ਰਭਾਵਿਤ ਕਰੇ, ਆਪਣੇ ਹੱਥ ਨਾ ਆਵੇ। ਇੱਥੇ ਜਿਹੜੀ ਨਾਰ ਸ਼ਬਦ ਵਰਤਿਆ ਇਹ ਮਾਇਆ ਵਾਸਤੇ ਵਰਤਿਆ। ਜਦੋਂ ਮਾਇਆ ਦਾ ਖਸਮ ਮਰ ਜਾਂਦਾ ਹੈ, ਖਸਮ ਕਹਿੰਦੇ ਨੇ ਇਸ ਮਨੁੱਖ ਨੂੰ, ਜਿਹਨੇ ਇਹਦੀ ਕਮਾਈ ਕੀਤੀ, ਜਿਹੜਾ ਇਹਨੂੰ ਖੁਰਾਕ ਦਿੰਦਾ ਰਿਹਾ, ਜਿਹੜਾ ਇਸ ਤੋਂ ਪ੍ਰਭਾਵਿਤ ਹੁੰਦਾ ਰਿਹਾ, ਜਿਹਨੇ ਸਾਰਾ ਜੀਵਨ ਆਪਣਾ ਇਹਦੇ ਲੇਖੇ ਦੇ ਵਿੱਚ ਲਾਇਆ। ਉਹ ਜਿਸ ਦਿਨ ਚੜ੍ਹਾਈ ਕਰਦਾ ਹੈ, ਖਸਮ ਮਰੈ, ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਾਰ ਨਾ ਰੋਵੈ। ਮਾਇਆ ਨਹੀਂ ਰੋਂਦੀ। ਜਿਸ ਦਿਨ ਬੰਦਾ ਚੜ੍ਹਾਈ ਕਰ ਜਾਵੇ, ਜਿਹੜੀ ਮਾਇਆ, ਜਿਹੜਾ ਧਨ, ਜਿਹੜੇ ਪਦਾਰਥ ਬੰਦੇ ਨੇ ਪੈਦਾ ਕੀਤੇ ਨੇ, ਬੰਦੇ ਨੂੰ ਯਾਦ ਕਰ ਕਰਕੇ ਉਹ ਨਹੀਂ ਰੋਂਦੇ। ਜਾਣ ਵਾਲਾ ਤੇ ਚਲਿਆ ਗਿਆ। ਜਦੋਂ ਮਨੁੱਖ ਚੜ੍ਹਾਈ ਕਰਦਾ ਹੈ ਤੇ ਉਸ ਤੋਂ ਬਾਅਦ ਕਦੇ ਉਹਦਾ ਘਰ-ਬਾਰ ਰੋਂਦਾ ਦੇਖਿਆ ਵੀ ਅੱਜ ਘਰ ਰੋਈ ਜਾਂਦਾ? ਕਦੇ ਉਹਦੇ ਘੜੇ ਖੜੀਆਂ ਹੋਈਆਂ ਮਸ਼ੀਨਰੀਆਂ ਰੋਂਦੀਆਂ ਦੇਖੀਆਂ ਨੇ ਵੀ ਅੱਜ ਮਸ਼ੀਨਰੀ ਰੋਂਦੀ ਹੈ? ਉਹਦੇ ਘਰ ਦੇ ਵਿੱਚ ਕੋਈ ਵੀ ਵਸਤੂ ਐਸੀ ਨਹੀਂ ਹੋਊਗੀ ਜਿਹੜੀ ਉਹਨੂੰ ਯਾਦ ਕਰ ਕਰਕੇ ਰੋਊਗੀ। ਇਹਦਾ ਕਾਰਨ ਕੀ ਹੈ? ਗੁਰੂ ਸਾਹਿਬ ਜੀ ਨਾਲ ਦੀ ਪੰਗਤੀ ਦੇ ਵਿੱਚ ਹੀ ਕਹਿੰਦੇ ਹਨ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੈ। ਉਹਦਾ ਜਿਹੜਾ ਰਖਵਾਲਾ ਹੈਗਾ ਨਾ ਉਹ ਹੋਰ ਹੈ ਤੇ ਉਹਦਾ ਰਖਵਾਲਾ ਤੇ ਮੌਜੂਦ ਹੈ। ਉਹਦੇ ਰਖਵਾਲੇ ਤੇ ਮੌਜੂਦ ਨੇ। ਪਿਤਾ ਚੜ੍ਹਾਈ ਕਰ ਜਾਵੇ, ਪੁੱਤਰ ਰਖਵਾਲਾ ਹੈਗਾ। ਘਰ ਮਕਾਨ ਮਸ਼ੀਨਰੀ ਦਾ, ਪਸ਼ੂ ਡੰਗਰਾਂ ਦਾ, ਸਾਰੇ ਕਾਸੇ ਦਾ ਰਖਵਾਲਾ। ਖਸਮ ਮਰੈ ਤੋ ਨਾਰ ਨਾ ਰੋਵੈ। ਉਹਦਾ ਘਰ ਮਕਾਨ, ਉਹਦੇ ਪਿਆ ਹੋਇਆ ਧਨ, ਉਹਦੀ ਮਸ਼ੀਨਰੀ, ਉਹਦੇ ਘਰੇ ਪਸ਼ੂ ਡੰਗਰ, ਜਿੰਨਾ ਕੁਛ ਵੀ ਉਹਨੇ ਬਣਾਇਆ ਉਹ ਨਹੀਂ ਰੋਂਦੇ। ਉਸ ਨਾਰ ਸ਼ਬਦ ਮਾਇਆ ਵਾਸਤੇ ਵਰਤੇ, ਕਿਉਂਕਿ ਇਹ ਸਾਰੀ ਦੀਆਂ ਸਾਰੀਆਂ ਚੀਜ਼ਾਂ ਮਾਇਆ ਨੇ। ਮਨੁੱਖ ਨੂੰ ਦਿਖਾਈ ਵੀ ਦਿੰਦੀਆਂ ਨੇ, ਮਨੁੱਖ ਨੂੰ ਪ੍ਰਭਾਵਿਤ ਕਰਕੇ ਆਪਣੇ ਵੱਲ ਵੀ ਖਿੱਚ ਕੇ ਰੱਖਦੀਆਂ ਹਨ, ਮਨੁੱਖ ਦੇ ਹੱਥ ਦੇ ਵਿੱਚ ਵੀ ਨਹੀਂ ਆਉਂਦੀਆਂ। ਉਸ ਰਖਵਾਰਾ ਔਰੋ ਹੋਵੈ, ਕਿਉਂਕਿ ਉਹਨਾਂ ਦਾ ਰਖਵਾਲਾ ਤੇ ਹੋਰ ਹੈਗਾ, ਪੁੱਤਰ ਹੈਗਾ। ਜੇ ਪੁੱਤਰ ਨਹੀਂ ਹੈ ਤੇ ਹੋਰ ਕੋਈ ਅੰਸ਼ ਬੰਸ ਦੇ ਵਿੱਚੋਂ ਰਖਵਾਲਾ ਬੈਠਾ। ਘਰ ਮਕਾਨ, ਜ਼ਮੀਨ ਜਾਇਦਾਦ, ਪਸ਼ੂ ਡੰਗਰ, ਜਿੰਨਾ ਕੁਛ ਮਨੁੱਖ ਦਾ ਹੁੰਦਾ ਹੈ ਛੱਡ ਕੇ ਚੜ੍ਹਾਈ ਕਰਦਾ, ਉਹ ਰੋਂਦੇ ਨਹੀਂ ਹੈ, ਕਿਉਂਕਿ ਉਹਨਾਂ ਦਾ ਰਖਵਾਲਾ ਹੋਰ ਹੈਗਾ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ, ਰਖਵਾਲੇ ਕਾ ਹੋਏ ਵਿਨਾਸ਼, ਆਗੈ ਨਰਕ ਈਹਾਂ ਭੋਗ ਬਿਲਾਸ। ਉਹ ਰਖਵਾਲਾ ਵੀ ਵਿਚਾਰਾ ਭੁਲੇਖੇ ਦੇ ਵਿੱਚ ਹੀ ਰਹਿ ਜਾਂਦਾ ਹੈ। ਉਹ ਰਖਵਾਲਾ ਕੀ ਕਰਦਾ? ਉਹਨੂੰ ਪਹਿਲੇ ਤੇ ਉਹਦੇ ਬਾਪ ਨੂੰ ਭੁਲੇਖਾ ਸੀ, ਬਾਅਦ ਦੇ ਵਿੱਚ ਉਹਨੂੰ ਭੁਲੇਖਾ ਲੱਗ ਗਿਆ ਵੀ ਸਾਰਾ ਕੁਛ ਮੇਰਾ ਹੈ, ਸਾਰਾ ਕੁਛ ਮੇਰਾ ਹੈ। ਫਿਰ ਉਹਨੂੰ ਬੜੇ ਸੁਚੱਜੇ ਢੰਗ ਦੇ ਨਾਲ ਸਾਂਭਦਾ ਹੈ। ਰਖਵਾਲੇ ਕਾ ਹੋਏ ਵਿਨਾਸ਼, ਆਗੈ ਨਰਕ ਈਹਾਂ ਭੋਗ ਬਿਲਾਸ। ਸਾਰੀ ਜ਼ਿੰਦਗੀ ਇਹ ਭੁਲੇਖੇ ਦੇ ਵਿੱਚ ਕੱਢ ਦਿੰਦਾ ਹੈ ਕਿ ਸ਼ਾਇਦ ਮੈਂ ਇਹਨਾਂ ਦਾ ਰਖਵਾਲਾ ਹਾਂ। ਗੁਰੂ ਸਾਹਿਬ ਜੀ ਮਹਾਰਾਜ ਕਹਿੰਦੇ ਨਹੀਂ, ਤੂੰ ਇਹਨਾਂ ਦਾ ਰਖਵਾਲਾ ਨਹੀਂ ਹੈ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੈ। ਤੇ ਜਦ ਇਹਨਾਂ ਨੇ ਤੇਰੇ ਗਏ ਤੋਂ ਬਾਅਦ ਰੋਣਾ ਹੀ ਨਹੀਂ ਹੈ ਤੇ ਤੂੰ ਇਹਨਾਂ ਦੇ ਨਾਲ ਆਪਣਾ ਜੀਵਨ ਕਿਉਂ ਬਤੀਤ ਕਰਦਾ ਹੈ? ਤੂੰ ਜ਼ਿੰਦਗੀ ਇੰਜ ਸਵਾਰ ਕਿ ਤੇਰੇ ਜਾਣ ਤੋਂ ਬਾਅਦ ਇਹ ਸਾਰੇ ਦੇ ਸਾਰੇ ਰੋਂਦੇ ਰਹਿ ਜਾਣ, ਰੋਂਦੇ ਹੀ ਰਹਿ ਜਾਣ।
ऐसी करनी कर चलो हम हसै जग रोए। ये सारा जगत तैनू याद कर करके रोवे। ते ऐसे ਜਿਹੜੇ ਮਨੁੱਖ ਆਪਣਾ ਜੀਵਨ ਬਣਾ ਲੈਂਦੇ ਨੇ ਉਹਨਾਂ ਨੂੰ ਧਾਰਮਿਕ ਸ਼੍ਰੇਣੀ ਦੇ ਵਿੱਚ ਗੁਰਮੁਖ ਜਨ ਕਹਿੰਦੇ ਨੇ। ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੇ ਦਰਗਹਿ ਜਾਏ ਸੱਚਾ ਪਿੜ ਮਲਿਆ। ਇਹ ਜਦੋਂ ਕੋਈ ਅਕਾਲ ਚਲਾਣਾ ਕਰਦਾ ਹੈ ਤੇ ਪ੍ਰਾਨੀ ਦੇ ਸਰੀਰ ਤੇ ਬਹੁਤੇ ਸਾਰੇ ਰਾਗੀ ਢਾਡੀ ਇਹ ਸ਼ਬਦ ਨੂੰ ਗਾਉਂਦੇ ਨੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸ਼ਬਦ ਗਾਉਂਦੇ ਨੇ। ਕਹਿੰਦੇ ਗੁਰਮੁਖ ਜਨਮ ਸਵਾਰ ਕੇ ਦਰਗਾਹ ਨੂੰ ਚਲਿਆ ਗਿਆ। ਉਹ ਭਾਵੇਂ ਗਲ ਦੇ ਵਿੱਚ ਫੰਦਾ ਪਾ ਕੇ ਚੜ੍ਹਾਈ ਕੀਤਾ ਹੋਵੇ, ਦੁਨੀਆ ਭਰ ਦੇ ਮਾੜੇ ਕਰਮ ਸਾਰੇ ਕਰਕੇ ਮਰਿਆ ਹੋਵੇ, ਕਹਿੰਦੇ ਗੁਰਮੁਖ ਜਨ ਸਵਾਰ ਨਹੀਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਫਿਰ ਉਹਨੂੰ ਵੀ ਸਮਝਾਉਂਦੇ ਨੇ ਜਿਹੜਾ ਅਰਦਾਸੀਆ ਮੂਹਰੇ ਖੜਾ ਹੁੰਦਾ ਆਪਣੀ ਜ਼ਬਾਨ 'ਚੋਂ ਬੋਲਦਾ, ਜਿਹੜਾ ਰਾਗੀ ਆਪਣੀ ਜ਼ਬਾਨ ਦੇ ਵਿੱਚੋਂ ਬੋਲਦਾ ਹੈ, ਪ੍ਰਚਾਰਕ ਆਪਣੀ ਜ਼ਬਾਨ ਦੇ ਵਿੱਚੋਂ ਬੋਲਦਾ ਹੈ, ਉਹਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਝਾਉਂਦੇ ਨੇ। ਝੂਠੀ ਅਰਦਾਸ ਕਰਦਾ ਹੈ, ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ। ਦਲਾਲ ਕਿਹਨੂੰ ਕਹਿੰਦੇ ਨੇ? ਦਲਾਲ ਜਿਹੜਾ ਦਲਾਲੀ ਕਰਾਉਂਦਾ ਹੈ। ਇੱਕ ਨੇ ਚੀਜ਼ ਵੇਚਣੀ ਹੈ, ਦੂਜੇ ਨੇ ਲੈਣੀ ਹੈ, ਵਿਚਕਾਰ ਦਲਾਲ ਖੜਾ ਹੈ, ਸੌਦਾ ਕਰਾਉਂਦਾ, ਉਹਨੂੰ ਕਹਿੰਦੇ ਨੇ ਦਲਾਲ। ਦਲਾਲੀ ਜਿਹੜਾ ਕਰਾਵੇ ਉਹਨੂੰ ਦਲਾਲ ਕਹਿੰਦੇ ਨੇ। ਧਾਰਮਿਕ ਨਿਯਮਾਂ ਦੇ ਵਿੱਚ ਜਿਹੜਾ ਪ੍ਰਚਾਰਕ ਹੁੰਦਾ ਹੈ ਜਾਂ ਜਿਹੜਾ ਅਰਦਾਸੀਆ ਹੁੰਦਾ ਹੈ, ਇਹ ਦਲਾਲੀ ਦਾ ਕੰਮ ਕਰਦਾ ਵਿਚਾਲੇ ਖੜ ਕੇ। ਇੱਕ ਪਾਸੇ ਅਰਦਾਸ ਕਰਾਉਣ ਵਾਲਾ ਖੜਾ ਹੈ, ਦੂਸਰੇ ਪਾਸੇ ਅਰਦਾਸ ਸੁਣਨ ਵਾਲੇ ਪਾਤਸ਼ਾਹ ਹਨ, ਵਿਚਕਾਰ ਇਹ ਖੜਾ ਹੈ। ਤਾਂ ਵਿਚਕਾਰ ਖੜੇ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਮਝਾਉਂਦੇ ਨੇ, ਸੰਭਲ ਕੇ ਸਭ ਕੁਛ ਕਰੀ, ਵਰਨਾ ਜੇ ਝੂਠੀ ਅਰਦਾਸ ਕੀਤੀ ਨਾ ਤੇ ਤੂੰ ਚੇਤੇ ਰੱਖੀ ਤੇਰੇ ਵੀ ਇਹ ਦੋਨੇ ਹੱਥ ਵੱਢੇ ਜਾਣੇ ਨੇ, ਵੱਢੇ ਜਾਣਗੇ। ਵੱਡੀ ਹੈ ਹੱਥ ਦਲਾਲ ਕੇ ਮੁਸਫੀ ਇਹ ਕਰੇ। ਦਲਾਲਾ ਤੂੰ ਵੀ ਸੁਣ ਲਾ, ਹੱਥ ਤੇਰੇ ਵੀ ਵੱਢੇ ਜਾਣਗੇ। ਤੇ ਜੇ ਹੱਥ ਹੀ ਵੱਢੇਗੇ ਪਿੱਛੇ ਜ਼ਿੰਦਗੀ ਕੀ ਹੈ? ਕੁਛ ਵੀ ਨਹੀਂ। ਐਸੀ ਕਰਨੀ ਕਰ ਚਲੋ ਹਮ ਹਸੈ ਜਗ ਰੋਏ। ਜਿਹੜੇ ਨਿਸਕਾਮ ਹੋ ਕੇ ਨਿਰਮਲ ਹੋ ਕੇ ਸਮਾਜ ਦੇ ਵਿੱਚੋਂ ਜਾਂਦੇ ਨੇ, ਬਿਲਕੁਲ ਨਿਰਲੇਪ ਹੋ ਕੇ ਨਿਰਮਲ ਹੋ ਕੇ ਆਪਣੇ ਦੇਸ਼ ਨੂੰ ਜਾਂਦੇ ਨੇ, ਹੱਸਦਿਆਂ ਹੱਸਦਿਆਂ। ਐਸੇ ਮਨੁੱਖਾਂ ਦੀ ਜ਼ਿੰਦਗੀ ਦਾ ਇਕੱਲੇ ਇਸ ਸਮਾਜ ਦੇ ਵਿੱਚ ਨਹੀਂ, ਪਰਮਾਤਮਾ ਦੇ ਘਰ ਦੇ ਵਿੱਚ ਵੀ ਉਹਨਾਂ ਦਾ ਬੜਾ ਸਤਿਕਾਰ ਹੈ। ਛੇਵੇਂ ਪਾਤਸ਼ਾਹ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਆਪਣੇ ਦੀਵਾਨ ਤੋਂ ਅੰਮ੍ਰਿਤਸਰ ਸਾਹਿਬ ਉੱਠ ਕੇ ਰਾਤ ਨੂੰ ਜਦੋਂ ਆਪਣੇ ਸਿੰਘਾਸਣ 'ਤੇ ਗਏ ਨੇ ਨਾ, ਆਪਣੇ ਕਮਰੇ ਦੇ ਵਿੱਚ ਆਰਾਮ ਕਰਨ ਵਾਸਤੇ, ਤੇ ਕਮਰੇ ਦੇ ਵਿੱਚ ਜੋਗਣੀਆਂ ਹੀ ਜੋਗਣੀਆਂ ਬੈਠੀਆਂ ਨੇ। ਜੋਗਣੀਆਂ ਪਲੰਗ 'ਤੇ ਮਹਾਰਾਜ ਜੀ ਬੈਠੇ, ਕਹਿੰਦੇ ਭਾਈ ਤੁਸੀਂ ਕੌਣ ਹੋ? ਕਹਿੰਦੇ ਅਸੀਂ ਜੋਗਣੀਆਂ। ਕਿੱਥੋਂ ਆਏ ਹੋ? ਸਾਰਾ ਕੁਝ ਜਦੋਂ ਪੁੱਛਣ ਲੱਗੇ ਮਹਾਰਾਜ, ਫਿਰ ਉਹਨਾਂ ਦੇ ਵਿੱਚੋਂ ਇੱਕ ਜੋਗਣੀ ਖੜੀ ਹੋ ਗਈ। ਕਹਿੰਦੀ ਮਹਾਰਾਜ ਤੁਸੀਂ ਸਾਰਿਆਂ ਤੋਂ ਤੇ ਸਾਰਾ ਕੁਝ ਕੀ ਪੁੱਛੋਗੇ? ਮੈਂ ਇਹਨਾਂ ਦੀ ਮੁਖੀ ਹਾਂ, ਤੁਹਾਨੂੰ ਮੈਂ ਹੀ ਦੱਸ ਦਿੰਦੀ ਹਾਂ ਸਾਰਾ ਕੁਝ। ਉਹਦਾ ਨਾਮ ਸੀ ਕਲਾ ਜੋਗਣੀ। ਕਲਾ ਜੋਗਣੀ। ਜਦ
महाराज नूं कहन लगी, महाराज जी साडियां सारियां दी गिनती 64 है। इस असीं 64 जानियां तुहाडे कोल बैठियां जोगणियां। चौंठ जानियां सी तुहाडे कोल बैठियां। तुहाडा असीं कथा कीर्तन गुरबाणी दा वखियान सब कुछ असीं बड़े आराम दे नाल सुणदियां आ के, क्योंकि जिथे गुरु दा दरबार लग्या है उत्थे हर एक नूं मुक्ति मिलदी है। गुरु साहिब जी महाराज कहते ने, ऊच अपार बेअंत स्वामी कौन जाने गुण तेरे, गावते उतरै सुनते उतरै बिन से पाप कनेरे, पशु प्रेत मुग्ध का उतारे, पाहन पार उतारै, नानक दास तेरी सरनाई सदा सदा बलहारै। इत्थे पशु भी तरदे हन, प्रेत भी तरदे ने, मुग्ध भी तरदे हैं। तो इथों एक अंदाज़ा तो लाया जा सकता है कि जिथे भी गुरु का दरबार लग्या होया है, जिन्ने उथे शरीर बैठे होंदे ने, इस तो वध उथे भटकदियां रूहां भी मौजूद होंदियां ने। गुरबाणी सुनन वास्ते, कथा कीर्तन सुनन वास्ते बख्श वो जड़ियाँ रूहां ने भटकदियां वो मौजूद होंदियां ने, मौजूद होंदियां ने। ते मनुख समझ लैंदा है कि इत्थे कुछ भी नहीं है, सब कुछ है। पर ये जड़ियाँ भटकदियां होइयां रूहां ने, ये किसी गुरबाणी पढ़न वाले गुरमुख जन ते इन्हां दा कोई असर नहीं हुंदा। उन्हां तो ते गुरबाणी सुन सुन के अपना उधार करवाना बख्श मंगदियां ने। ते जेड़ा कोई गुरबाणी पढ़दा नहीं है, सतसंगत नहीं करता, कोई सेवा सिमरन नहीं करता, ऐसे मनुखों ते आम गल है इन्हां दा अटैक हो जाता है। कला अटैक ही नहीं हुंदा, ये केवल 2-4 चंद मिनटां वास्ते नहीं तड़फाउंदियां, ऐ निरा अपना ही रूप बना लैंदियां ने। इस पशु प्रेत मुग्ध का उतारे, पाहन पार उतारे, नानक दास तेरी सरनाई सदा सदा बलहारै। क्योंकि गुरमुख दा मुखड़ा जिहड़ा गुरु दे वल है, ते गुरबाणी नूं सुनन वास्ते अनेकां रूहां जिहड़ियां ने वो इकट्ठियां हुंदियां ने, अनेकां रूहां। जद भी किते धर्म दा प्रचार हुंदा है, अपना उधार करन वास्ते सारे ही उद्यम उपराला करके आउंदे ने, सारे उद्यम उपराला। गुरु अर्जन देव साहिब जी महाराज ने सुखमनी साहिब दे अंदर किया, कई कोट भूत प्रेत सूकर मिरगाच, ऐ भी जोनियां ने, छोटी तो छोटी जोनी, बड़ी तो वड्डी जोनी। सुखमनी साहिब आप जी पढ़ते सुनते हैं, उस दे विच बड़ा खुल के खुलासा गुरु अर्जन देव साहिब जी महाराज ने इस गल का किया है। पर इन्हां दा अटैक उसे वक्त ही हुंदा है जदों कोई मनुख इन्हां दे घेरे दे विच आ जांदा है। ते जिहड़ा मनुख परमात्मा दे दर ते आ गया, परमात्मा दे दायरे दे विच आ गया कह लो, उन्हां तो फिर ये सारी दियां सारियां रूहां वख ही रहिंदियां ने, उन्हां तो ये लाहा लैंदियां ने, उन्हां ते किसी भी प्रकार का अटैक नहीं कर सकदियां। वरना जिहड़े मनुख सतसंगत नहीं करते, गुरु दे दर दियां हाजरियां नहीं भरदे, गुरबाणी पढ़ी सुनी नहीं जा रही, तो फिर ये ते गुरु साहिब जी महाराज कहते ने, तुसी आपे ही देख लो, तुहाडे सामने है, पुत जनोरा धी जनोरी जोरू जिन्हां दा सिकरार। जे गुरबाणी नहीं पढ़ी जाती, जे गुरबाणी गुरु इतिहास साडे घरां दे विच नहीं चल रहा, तो अज भूत प्रेतां दा जन्म साडे घरां विच हो रहा, देवी देवतियां दा जन्म नहीं हो रहा। गुरु ग्रंथ साहिब जी महाराज किहड़ा एक हवाला दिंदे ने, पढ़ी जाओ गुरबाणी जिन्ना चित्त करदा है,
ਨਿਤ ਨਵੇਂ ਤੋਂ ਸਾਹਿਬ ਮੇਰਾ, ਨੀਤ ਨਵਾਂ ਸਦਾ ਸਦਾ ਦਾ ਤਾਰ। ਨਿਤ ਨਵੇਂ ਤੋਂ ਨਵਾਂ ਗਿਆਨ ਲੈ ਲਓ ਜਿਹਨੇ ਲੈਣਾ ਗੁਰੂ ਨਾਨਕ ਮਹਾਰਾਜ ਤੋਂ। ਜੇ ਅਸੀਂ ਮਰਿਆਦਾ ਤੋਂ ਪਾਸੇ ਹੋ ਗਏ ਹਾਂ, ਲਾਂਭੇ ਹੋ ਗਏ ਹਾਂ, ਤੇ ਅੱਜ ਮਨੁੱਖ ਸੁਖੀ ਵੀ ਕੋਈ ਨਹੀਂ ਹੈ। ਮਰਿਆਦਾ ਤੋਂ ਲਾਂਭੇ ਹੋ ਗਏ, ਮਰਿਆਦਾ ਛੱਡ ਦਿੱਤੀ ਹੈ ਸਭ ਨੇ। ਆਪਣੇ ਖੇਤ ਨੂੰ ਅਸੀਂ ਆਪੇ ਖੁੱਲ੍ਹਾ ਛੱਡ ਲਿਆ, ਸਵਾਰਿਆ ਨਹੀਂ ਹੈ। ਆਪਣਾ ਖੇਤ ਹੁਣ ਕੋਈ ਜ਼ਿਮੀਂਦਾਰ ਫਸਲ ਬੀਜ ਦੇਵੇ, 6 ਮਹੀਨੇ ਖੇਤ ਦੇ ਵਿੱਚ ਜਾਵੇ ਨਾ, ਤਾਂ 6 ਮਹੀਨਿਆਂ ਬਾਅਦ ਉਹਨੂੰ ਕੀ ਮਿਲੇਗਾ? ਜਿਹੜੀ ਉਹ ਫਸਲ ਬੀਜ ਕੇ ਆਇਆ ਸੀ ਉਹ ਘੱਟ ਮਿਲੇਗੀ, ਉਹਦੇ ਵਿੱਚ ਗੁੱਲੀ ਡੰਡਾ ਤੇ ਇਤਿਆਦਿਕ ਜਿਹੜੇ ਕੱਖ ਕੰਡੇ ਨੇ ਉਹ ਵੱਧ ਮਿਲਣਗੇ, ਉਹ ਵੱਧ ਮਿਲਣਗੇ, ਕਿਉਂਕਿ ਉਹਨੇ ਖੇਤ ਖੁੱਲ੍ਹਾ ਹੀ ਛੱਡ ਦਿੱਤਾ, ਗਿਆ ਹੀ ਨਹੀਂ ਕਦੇ, ਸਵਾਰਿਆ ਨਹੀਂ। ਤੇ ਜਦੋਂ ਖੇਤ ਨਹੀਂ ਸਵਾਰਿਆ ਤੇ ਉਹਦੇ ਵਿੱਚ ਤੇ ਕੱਖ ਕੰਡਾ ਤੇ ਆਪਣੇ ਆਪ ਪੈਦਾ ਹੋਵੇਗਾ ਹੀ। ਅਸੀਂ ਆਪਣਾ ਖੇਤ ਹੀ ਨਹੀਂ ਸਵਾਰਿਆ। ਆ ਜਿਹੜੇ ਪਖੰਡਵਾਦ ਦੇ ਮਨੁੱਖ ਨੇ ਨਾ, ਇਹ ਸਾਡੇ ਵੀ ਸਿਰ 'ਤੇ ਤਾਂ ਹੀ ਚੜ੍ਹੇ ਨੇ ਕਿਉਂਕਿ ਅਸੀਂ ਆਪਣਾ ਖੇਤ ਸਵਾਰਿਆ ਹੀ ਨਹੀਂ ਹੈ, ਖੁੱਲ੍ਹਾ ਛੱਡ ਦਿੱਤਾ ਹੈ, ਛੱਡ ਦਿੱਤਾ ਖੁੱਲ੍ਹਾ। ਅਸੀਂ ਆਪਣਾ ਖੇਤ ਖੁੱਲ੍ਹਾ ਛੱਡਿਆ ਤੇ ਕੱਖ ਕੰਡੇ ਇਹ ਗੁੱਲੀ ਡੰਡਾ ਇਹਦੇ ਵਿੱਚ ਪੈਦਾ ਹੋ ਗਿਆ। ਹੋਰ ਕੀ ਹੈ? ਖੇਤ ਆਪਣਾ ਖੁੱਲ੍ਹਾ ਛੱਡਿਆ, ਨਹੀਂ ਸਵਾਰਨ ਦੇ ਯਤਨ ਕੀਤੇ। ਜੇ ਕਿਤੇ ਆਪਣਾ ਖੇਤ ਸਵਾਰਿਆ ਜਾਵੇ, ਆਪਣਾ ਖੇਤ ਸਵਾਰਿਆ ਜਾਵੇ, ਚੰਨ ਮਿੰਟਾਂ ਦਾ ਕੰਮ ਹੈ ਦੁਨੀਆ ਨੂੰ ਸਵਾਰਨ ਦਾ, ਚੰਨ ਮਿੰਟਾਂ ਦਾ ਸਿਰਫ। ਜੇ ਕਿਤੇ ਅਸੀਂ ਆਪ ਸੁਧਰ ਜਾਈਏ ਤੇ ਦੁਨੀਆ ਨੂੰ ਸੁਧਾਰਨ ਦਾ ਚੰਨ ਮਿੰਟਾਂ ਦਾ ਕੰਮ ਹੈ, ਚੰਨ ਮਿੰਟਾਂ ਦਾ। ਮਜਾਲ ਹੈ ਦੁਨੀਆ ਨਾ ਸੁਧਰੇ, ਪਰ ਅਸੀਂ ਆਪਣਾ ਖੇਤ ਖੁੱਲ੍ਹਾ ਛੱਡਿਆ ਹੋਇਆ ਹੈ, ਛੱਡ ਦਿੱਤਾ ਖੁੱਲ੍ਹਾ, ਤਾਂ ਸਭ ਕੁਝ ਉਹਦੇ ਵਿੱਚ ਪੈਦਾ ਹੋ ਗਿਆ। ਹੁਣ 6 ਮਹੀਨਿਆਂ ਬਾਅਦ ਅਸੀਂ ਗਏ ਵੀ ਫਸਲ ਵੱਢਣ ਜਾਂਦੇ ਹਾਂ, ਅੱਜ ਰੋਨੇ ਹਾਂ ਅਸੀਂ ਉੱਥੇ ਬੈਠ ਕੇ ਕਿ ਫਸਲ ਤੇ ਬਰਬਾਦ ਹੋ ਗਈ, ਤੇ ਹੁਣ ਰੋਈ ਜਾਓ। ਰੋਣਾ ਤੇ ਹੁਣ ਹੱਕ ਬਣਦਾ ਹੀ ਹੈ ਜਦੋਂ 6 ਮਹੀਨੇ ਤੇ ਖੇਤ ਗਏ ਨਹੀਂ। ਅਕਸਰ ਉਹੀ ਫਸਲ ਦਾ ਲਾਹਾ ਲੈ ਸਕਦਾ ਹੈ ਜਿਹੜਾ ਨਿੱਤ ਜਾ ਕੇ ਆਪਣੀ ਫਸਲ ਨੂੰ ਸਵਾਰੇ, ਫਸਲ ਨੂੰ ਦੇਖੇ, ਉਹਦੇ ਵਿੱਚ ਕੱਖ ਕੰਡਾ ਸੱਟੇ, ਉਹਦੇ ਵਿੱਚੋਂ ਕੱਖ ਕੰਡਾ ਚੁਗੇ, ਉਹਦੇ ਵਿੱਚ ਰੇਹ ਸਪਰੇ ਕਰਦਾ ਹੈ, ਉਹੀ ਕਾਮਯਾਬ ਫਸਲ ਦੇ ਵਿੱਚ ਹੁੰਦਾ ਹੈ। ਜਿਹੜਾ 6 ਮਹੀਨਿਆਂ ਬਾਅਦ ਖੇਤ ਬਣਦਾ ਉਹਨੂੰ ਮਿਲਦਾ ਕੁਛ ਨਹੀਂ ਹੈ। ਆਪਣਾ ਖੇਤ ਖੁੱਲ੍ਹਾ ਛੱਡਿਆ, ਤੋ ਆਪਣਾ ਖੇਤ ਖੁੱਲ੍ਹਾ ਛੱਡਿਆ, ਅਸੀਂ ਬਾਣੀ ਪੜ੍ਹਨੀ ਘਰਾਂ ਦੇ ਵਿੱਚੋਂ ਬੰਦ ਕਰ ਦਿੱਤੀ, ਗੁੱਟ ਕੇ ਰੱਖਣੇ ਘਰਾਂ ਦੇ ਵਿੱਚੋਂ ਬੰਦ ਹੋ ਗਏ। ਤਾਂ ਮਾਫ਼ ਕਰਨਾ, ਫਿਰ ਅੱਜ ਦੇਵੀ ਦੇਵਤਿਆਂ ਦਾ ਜਨਮ ਵੀ ਕਿੱਥੇ ਹੋ ਰਿਹਾ? ਸੁਖੀ ਵੀ ਕੋਈ ਨਹੀਂ ਹੈ, ਕੋਈ ਵੀ ਸੁਖੀ ਨਹੀਂ ਹੈ। ਸਾਡੀਆਂ ਧੀਆਂ ਆਪਣੇ ਸਹੁਰਿਆਂ ਦੇ ਘਰ ਦੇ ਵਿੱਚ ਸੁਖੀ ਨਹੀਂ ਹੈ, ਨੂੰਹਾਂ ਨੂੰ ਅਸੀਂ ਸੁਖੀ ਨਹੀਂ ਰਹਿਣ ਦੇ, ਕੋਈ ਸੁਖੀ ਨਹੀਂ ਹੈ। ਮਾਫ਼ ਕਰਨਾ, ਬੜੀ ਵੱਡੀ ਗੱਲ ਹੈ। ਖੈਰ, ਬਖਸ਼ੀਆਂ ਹੋਈਆਂ ਰੂਹਾਂ ਅਕਸਰ ਉਸੇ ਜਗ੍ਹਾ 'ਤੇ ਮੌਜੂਦ ਹੁੰਦੀਆਂ ਨੇ ਜਿਸ ਜਗ੍ਹਾ 'ਤੇ ਪਰਮਾਤਮਾ ਦੀ ਸਤਸੰਗਤ ਹੋ ਰਹੀ ਹੈ। ਤਾਂ ਗੁਰੂ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਹਾਰਾਜ ਮੈਂ ਦੱਸਦੀ ਹਾਂ, ਅਸੀਂ 64 ਸਾਡੀ ਗਿਣਤੀ ਹੈ, ਮੇਰਾ ਨਾਮ ਹੈ ਕਲਾ ਜੋਗਣੀ, ਤੇ ਅਸੀਂ ਤੁਹਾਡੇ ਇੱਥੇ ਕਥਾ ਕੀਰਤਨ ਸੁਣਨ ਵਾਸਤੇ ਨਿੱਤ ਸਾਡਾ ਆਉਣਾ ਜਾਣਾ ਹਰਿਮੰਦਰ ਸਾਹਿਬ ਦੇ ਵਿੱਚ ਬਣਿਆ ਹੋਇਆ ਹੈ। 6ਵੇਂ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਚਲੋ ਠੀਕ ਹੈ। 6ਵੇਂ ਪਾਤਸ਼ਾਹ ਮਹਾਰਾਜ ਜੀ ਕਹਿਣ ਲੱਗੇ, ਠੀਕ ਹੈ, ਚਲੋ ਦੱਸੋ, ਕਹਿੰਦੇ ਤੁਸੀਂ ਛਕਣਾ ਕੀ ਹੈ? ਕਹਿੰਦੇ ਸਾਡਾ ਖੁਰਾਕ ਹੈ ਮਾਸ ਖਾਣਾ, ਮਾਸ ਖਾਣਾ। ਮੈਂ ਉਹਨਾਂ ਦਾ ਸਤਿਕਾਰ ਦੱਸਦਾ ਰਿਹਾ ਕਿ ਜਿਹੜੇ ਮਨੁੱਖ ਗੁਰੂ ਦੇ ਲੇਖੇ ਆਪਣੀ ਜ਼ਿੰਦਗੀ ਲਾਉਂਦੇ ਨੇ, ਉਹਨਾਂ ਦਾ ਸਤਿਕਾਰ ਕਿੰਨਾ ਹੈ। ਜਦ 6ਵੇਂ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਠੀਕ ਹੈ ਕਿ ਚਲੋ ਤੁਸੀਂ ਕੱਲ੍ਹ ਨੂੰ ਸਿੰਘਾਂ ਨੂੰ ਸ਼ਿਕਾਰ 'ਤੇ ਭੇਜਾਂਗੇ ਅਤੇ ਤੁਹਾਨੂੰ ਮਾਸ ਲਿਆ ਕੇ ਦਿੱਤਾ ਜਾਊਗਾ, ਤੁਸੀਂ ਛਕ ਲੈਣਾ। ਕਲਾ ਜੋਗਣੀ ਹੱਥ ਜੋੜ ਕੇ ਕਹਿਣ ਲੱਗੀ, ਮਹਾਰਾਜ ਸਾਡੇ ਵਿੱਚ ਇੰਨੀ ਤਾਕਤ ਹੈ ਕਿ ਤੁਹਾਡੇ ਬੰਦੂਕਾਂ ਵਾਲੇ ਅਤੇ ਬਰਛਿਆਂ ਵਾਲੇ ਸਿੰਘ ਬਾਹਰ ਖੜ੍ਹੇ ਨੇ ਪਹਿਰੇ 'ਤੇ, ਅਸੀਂ ਅੰਦਰ ਆ ਗਈਆਂ, ਅਤੇ ਜਦ ਅਸੀਂ ਉਹਨਾਂ ਨੂੰ ਪਤਾ ਨਹੀਂ ਲੱਗਣ ਦਿੱਤਾ ਇੰਨੀ ਕਲਾ ਦੇ ਨਾਲ ਅੰਦਰ ਆ ਸਕਦੀਆਂ ਹੈ, ਅਤੇ ਜੰਗਲਾਂ ਦੇ ਵਿੱਚ ਜਾਨਵਰ ਮਾਰ ਕੇ ਖਾਣਾ ਤੇ ਸਾਡੇ ਵਾਸਤੇ ਆਮ ਗੱਲ ਹੈ, ਆਮ ਗੱਲ ਹੈ ਸਾਡੇ ਵਾਸਤੇ।
पर जिहड़ा जंगलां दे जानवर मार के असीं खावांगीਆਂ उन्हां दे नाल साडी चंद मिनटां दी भुख मिटूगी, दुबारे फिर भुख लगी आउणी है। हुण तुहाडे घर दे विच तुहाडे दरबार दे विच आए आ ते ऐसी खुराक लैण वास्ते आए आ जिहदे नाल हज़ारां साल भुख ही ना लगे, हज़ारां साल। तुसीं मांस खाने हो, कहंदे ਸਿੰਘਾਂ ਨੂੰ भेज के, कहण लगे नहीं, जंगलों के विच शिकार करके जानवरों का मांस असीं भी खा सकदियां, पर तुहाडे जो चरनां विच आए। ते छेवें पातशाह महाराज कला जोगनी नूं कहण लगे, जोगनी कहंदे होर फिर तुहानूं की चाहीदा है? कहंदे महाराज सानूं चाहीदा है मांस, साडी खुराक जो मांस है। जिन्हां दी खुराक मांस है वो केवल कला मांस खा सकदियां ने, होर नहीं कुछ खा सकदियां। असीं शेर दी खुराक है कच्चा मांस खाना, आदि काल तो लेके कच्चा मांस खा रहे हैं। गऊ दी खुराक है घाह खाना, आदि काल तो लेके गऊ घाह खा के गुजारा कर रही है, घाह खा के गुजारा कर रही है। पंछियां दी खुराक है दाना दुबका चुगदे रहना, आदि काल तो लेके पंछी अपने कुदरती निजमां दे विच उही खुराक खा रहे हैं। एक बंदा ही है जिहड़ा दुनिया दे विच छड्डदा ही कुछ नहीं, इहदे सामने जिहड़ा कुछ मर्जी आ जाए उही खा जांदा है, कुछ मर्जी आई जाए, कुछ मर्जी आ जाए, ये छड्डदा ही कुछ नहीं। ये लंबे टाइम तो लैके कुदरती निजमां दे विच जिहड़ी खुराक उन्हां जानवरां नूं मिली है वो सारी दी सारी खुराक अपनी उही खांदे ने। ताही ते गुरु साहिब जी महाराज ने कहा, कक्कर चुगण थल वसन रब ना छोड़न पास। जिन्नी खुराक कुदरती निजमां दे विच इन्हां नूं मिली है वो खा रहे ने, रब दा दर वो नहीं छड्डदे। तेरे नालों ते पंछी चंगे ने, तू तो छड्डदा ही कुछ नहीं है। बंदा कदे कोई छड्डदा, इनूं मौका मिलना चाहिए खाण दा। जो मिल गया खाण दा मौका चाहिए, जो इनूं मिलिया पीण वास्ते इनूं मौका चाहिए, मौका चाहिए। जो इनूं मिलिया बस सिर्फ कल्ले गल मौके ते खड़ी है। जदों इनूं मौका मिल गया मनुख छड्डदा ही कुछ नहीं है, सब कुछ खांदा है। तो इस तो मतलब तो यह होया कि सारे पशु पंछियां दे नालों यह बंदा ही बेकार है, बाकी सब चंगे ने। गुरबाणी ने इसे करके सिफत की है। मैं एक होर भी प्रमाण देवां, कबीर साकत ते सूकर भला, जो राखै आछा गाओ, ओ साकत बपरा मर गया, कोई ना लहै नाओ। गुरबाणी का प्रमाण है, कबीर साहब के श्लोक आप जी भोग वाले दिन सुनते हैं। साकत ते सूकर भला, जो राखै आछा गाओ। साकत बंदियां दे नालों सूर भी भले ने। किवें भले ने? मनुख ने गंदगी खिलारी है, सूर उहनूं चुक के अपने पेट दे विच रख लैंदा है, और रहिंदा भी गंदगी दे विच है। सूर सौंदा भी गंदगी दे विच है, खांदा भी गंदगी है। सूर नूं भला क्यों कह दिता? गुरु साहिब जी महाराज कहते ने, तैनूं इन्नी तीखण बुद्धि बख्शी सी, तैनूं हंस बना के तोरिया सी मैं, पर तू हंस होने के बावजूद भी करंगां ते बह गया जाके। तेरे नालों ते सूर भी भले ने, जो गंदगी नूं अपने अंदर समेट लेंदे ने। तू ही मनुख एक इहो जै जिहड़ा थां थां ते गंदगी खिलारदा है, थां थां ते गंदगी खिलारदा है। थां थां ते गंदगी किवें खिलारदा मनुख? एक जगह ते झूठ मार के बंदा चुप नहीं हुंदा, दो जगह ते मारदा है, तीन जगह ते मारदा है। ਉਹਨੂੰ गुरु साहिब जी महाराज कहते हैं भी ਇੱਥੇ भी गंदगी खिलारी है, ਇੱਥੇ भी ते ਉੱਥੇ भी। जिन्नी जगह ते तू खड़े है, ਜਿਹੜੇ रस्ते तू गया है, सारे रस्ते ते सारियां जगह ते झूठ मारदा गया, तो सारे राह दे विच तू गंदगी खिलार दिती है।
सारे रस्ते दे विच बेईमानी कीती है, ठगी कीती है, लड़ाइयां करदा है, किसी का हक मारदा है। कोई एक जगह ते मनुखे कर्म करदा है, जिथे मौका मिल जाए उत्थे ही करदा है, उत्थे ही बेईमानी, उत्थे ठगी, उत्थे चोरी, उत्थे किसी का हक मारना। इस नूं गुरु साहिब जी महाराज कहते ने, बंदिया जेड़े रस्ते जाना है, जिथे भी खड़दा है, हर एक जगह ते तू गंदगी फैलाता फिरदा है, ते सूर वो गंदगी नूं इकट्ठी करके अपने पेट दे विच रखदा है, फिर ते सूकर ही भला हो गया ना। इसे करके गुरु साहिब जी महाराज ने कहा, खैर कला जोगनी कहन लगी, महाराज जानवर मार के खाना साडे वास्ते कोई वड्डी गल नहीं है। असीं तुहाडे चरनां दे विच आए हैं, तुहाथों कोई हाथी दा मांस लैण वास्ते थोड़ो आए हैं, साडे वास्ते कोई वड्डी गल नहीं है। तो छेवें पातशाह महाराज कहन लगे, होर की तैनूं चाहीदा है, तुहानूं की चाहीदा है? कहन लगे, महाराज तुहाडे इस अकाल तख्त ते, अकाल परमात्मा दे घर दे विच असीं कथा कीर्तन कावी दरबार साहिब जो कुछ तुसीं करदे हो, असीं सब कुछ बड़ा आराम दे नाल बैठ के सुणदियां। साडी खुराक है कच्चा मांस। गुरु साहिब जी महाराज तुहाडे चरनां विच असीं इस करके आईआं कि सानूं तुसीं कच्चा मांस उन्हां दा दिओ ਜਿਹੜੇ निष्काम हो के अपने धर्म वास्ते अपनी जिंदगी धर्म के लेखे लाउंदे ने। देखो ਜਿਹੜੇ निष्काम हो के अपनी जिंदगी धर्म के उत्तों दी वारदे ने, जिन्हां दा ये मास पवित्र है, ऐ महाराज सानू पवित्र मास की बख्शिश करो। छेवें पातशाह महाराज नूं कहंदियां, वो जंगलां वाले जानवर ते मार के असीं खा लवांगियां, पर जिहड़े शहीद हुंदे ने अपनी कौम वास्ते, सरमाया हुंदे ने अपनी कौम दा, सानू महाराज उन्हां दा मास बख्श दिओ। जे एक बारी सानू उन्हां दा मास मिल गया, सानू हज़ारां साल तक भुखी नहीं लगनी। बोलो सतनाम। हज़ारां साल तक भुख नहीं लगनी सानू उन्हां दे मास दे नाल। तो इहदा मतलब जिहड़े कौम वास्ते अपना निशावर कर देंदे ने सब कुछ, उन्हां दे इस मास की भी इन्नी कदर है। इस मास की छेवें पातशाह महाराज तो मंग के लै रही ने, महाराज सानू हज़ारां साल भुख नहीं लगनी। उन्हां दी इस समाज दे विच, लोक दे विच भी कदर है, उन्हां दी परमात्मा दे घर दे विच भी कदर है। ਜਿਹੜੇ निष्काम हो के परमात्मा की सेवा करते हैं। कोई जरूरी नहीं है कि असीं परमात्मा की सेवा कर दिए तो अपनी धौन बढ़ा के करनी है, नहीं, ऐसा नहीं। जो भी कर्म परमात्मा के घर विच करना है, निशावर हो के करना है, बिल्कुल निष्काम हो के करना है, निष्काम हो के। पर निष्काम तो असीं हो ही नहीं सकते, निष्काम असीं हो ही नहीं सकते। साडे कोले ते जे कदे 10 रुपये असीं दे दईए, 3 पीढ़ियां दे नाम लिखवा दिंदे, फलाना सिउंदा, फलाना सिउं, फलाना सिउं सरदारा साहब। 3 वारी ते सरदार सरदार कहना पैंदा। निष्काम होके जो भी कर्म करना है परमात्मा दे घर दे विच निष्काम होके, बिल्कुल निर्लेप होके करना है। ऐसे मनुख नूं गुरु साहिब जी महाराज गुरमुख जन कहंदे ने, जिहड़ा गुरु दे वल मुखड़ा करके चलदा है। तो गुरु साहिब जी महाराज के दरबार दे विच इतनियां बख्शिशां हन, इतनियां सतसंगत दे विच बख्शिशां ने कि इत्थे अनेकां तरह दीयां रूहां भी परमात्मा की गुरबाणी पढ़दियां सुणदियां हन अते अपनी जिंदगी का भला करनियां चाहुंदियां ने। तो असीं भी गुरबाणी नूं पढ़िया करिए, गुरबाणी नूं सुनना और गुरबाणी की ये विचारधारा अपने घर दे विच जाके लागू करनी। इस वास्ते सुनते हैं असीं कि किवें ना किवें विचारधारा गुरबाणी की साडे घर विच लागू हो जाए, ताकि साडी जिहड़ी आउण वाली कुल है, आउण वाली पीढ़ी है, ये सारी दी सारी पीढ़ी धार्मिक ही जन्म लवे, धार्मिक ही जन्म लवे। तो जे ऐसा कर्म असीं नहीं करते, फिर जैसे कर्म है पुत जनोरा धी जनोरी जोरू, जिन्हां दा सिकदार घर दे विच पुत्र धीआं दा जन्म हो रहा, तो मापे सब दे सब दुखी ने। गुरु साहिब जी महाराज कृपा करन।
ਸਮਾਪਤੀ ਦਾ ਸਮਾਂ, ਭੁੱਲਾਂ ਚੁੱਕਾਂ ਦੀ ਖਿਮਾ। ਆਈਆਂ ਹੋਈਆਂ ਸੰਗਤਾਂ ਦਾ ਬਹੁਤ ਧੰਨਵਾਦ। ਪ੍ਰੇਮ ਦੇ ਨਾਲ ਸਾਰੀ ਸੰਗਤ ਬੁਲਾਏ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।